ਜਿਹੜੇ 5 ਮਰਲੇ ਤੁਸੀਂ ਜ਼ਮੀਨਾਂ ਦਿੱਤੀਆਂ ਆਪਣੇ ਕੌਣ ਕਹਿੰਦਾ? ਲੋਕ ਕਹਿ ਰਹੇ ਨੇ, ਮੈਂ ਥੋੜੀ ਕਹਿ ਰਿਹਾ, ਲੋਕਾਂ ਦੀ ਆਵਾਜ਼ ਅਸੀਂ ਲੋਕਾਂ ਦੇਖੋ ਸੁਣੋ ਮੇਰੀ ਗੱਲ, ਲੇਕਿਨ ਜਿਹੜੀ ਦੂਜੀ ਗੱਲ ਇੱਕ ਗੱਲ ਜਿਵੇਂ ਕਿਸੇ ਨੇ ਜੇ ਕੋਈ ਨਹੀਂ, ਕ੍ਰਿਟਿਸਿਜ਼ਮ ਦੂਜੀ ਗੱਲ ਤੁਸੀਂ ਕਿਹਾ ਵੀ ਤਿੰਨ ਕਾਨੂੰਨਾਂ ਦੇ ਉੱਪਰ ਪਹਿਲਾਂ ਕੈਪਟਨ ਸਾਹਿਬ ਨੇ ਸਾਈਨ ਕੀਤੇ ਹੈ, ਹੁਣ ਤੁਸੀਂ ਉਹਨਾਂ ਦੇ ਹੱਥਾਂ 'ਚ ਹੀ ਬਣੇ ਫਿਰਦੇ ਹੋ ਆਪਣੇ ਕਿਸਾਨਾਂ ਦੇ। ਕਿਸਾਨ ਤੁਹਾਨੂੰ ਇਹ ਹਰ ਜਗ੍ਹਾ ਘੇਰਦੇ ਨੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਕਿਸਾਨਾਂ ਦੇ ਵਾਸਤੇ ਪਹਿਲੇ ਦਿਨ ਤੋਂ ਰਜਿੰਦਰ ਕੌਰ ਪੱਠਲ 96 ਦਾ ਕੱਟ ਕੇ ਦੇਦਾ ਨੋਟੀਫਿਕੇਸ਼ਨ ਹੋਇਆ, 7 ਫੈਸਲੇ ਕਿਸਾਨਾਂ ਦੇ ਹੱਕ 'ਚ ਲਏ ਸੀ। ਕੀ ਲਿਆ ਸੀ ਕਿ ਸਾਨੂੰ ਜਿਹੜੇ ਹੈਗੇ ਨੇ 7 ਏਕੜ ਤੋਂ ਥੱਲੇ ਬਿਜਲੀ ਪਾਣੀ ਮਾਫ, 5 ਏਕੜ ਤੋਂ ਥੱਲੇ ਵਾਲਿਆਂ ਨੂੰ ਜਿਹੜਾ ਵੀ ਅਸੀਂ ਦੇਣਾ ਹੈਗਾ, ਆ ਹੁੰਦੀਆਂ ਨਾ ਹੁਣ ਬਾਰਿਸ਼ਾਂ ਨਾਲ ਖਰਾਬ ਹੋਇਆ, ਗੜ੍ਹਾਂ ਨਾਲ ਖਰਾਬ ਹੋਈਆਂ ਫਸਲਾਂ, ਉਹ ਸਾਨੂੰ ਮੁਆਵਜ਼ਾ ਘੱਟ ਮਿਲਦਾ ਹੈ ਤੇ ਅਸੀਂ ਸਰਕਾਰੀ ਖਰਚੇ ਤੇ ਉਹਨਾਂ ਦੀਆਂ ਕਿਸ਼ਤਾਂ ਭੇਜਾਂਗੇ, ਜਿਹੜੀ ਅਸੀਂ ਬੀਮਾ ਸਕੀਮ ਕਰਾਉਣੀ ਹੈ। ਜ਼ਬਰਦਸਤੀ ਕੋਈ ਸਾਡੀ ਲੈਂਡ ਨਹੀਂ ਲੈ ਸਕੂਗਾ। ਉਹ ਬੋਰਡ ਬਣਾਏ ਸੀ, ਸਾਰੀਆਂ ਰਜਿਸਟਰੀਆਂ ਸਾਰੀਆਂ ਫ੍ਰੀ ਖਰਚੇ ਤੇ ਪਾਸ ਕੀਤੀਆਂ। 96 'ਚ ਕੀਤਾ ਸੀ ਮੈਂ ਉਸ ਵਕਤ, ਠੀਕ ਹੈ। ਫਿਰ ਅਕਾਲੀ ਦਲ ਦੀ ਸਰਕਾਰ ਆ ਗਈ, ਲਾਗੂ ਨਹੀਂ ਕੀਤਾ। ਸਾਡੀ ਬਦਕਿਸਮਤੀ ਇਹ ਹੈ। ਇੱਥੇ ਤੁਸੀਂ ਜਿੱਥੇ ਆਪਾਂ ਸਾਰੇ ਇੱਕੋ ਥਾਂ ਤੇ ਰਹਿੰਦੇ ਆ, ਸਾਰੀਆਂ ਪਾਰਟੀਆਂ ਨਾਲ ਮੈਂ ਤਾਂ ਬੋਲੀਆਂ ਕਿ ਕੰਪੈਰੀਜ਼ਨ ਕਰਕੇ ਹੀ ਲੋਕ ਵੋਟ ਪੈਣਗੇ ਨਾ, ਕਿ ਕਿਹੜੀ ਪਾਰਟੀ ਨੇ ਕੀ ਕੀਤਾ। ਹੁਣ ਆਪ ਪਾਰਟੀ ਜੇ ਤੁਸੀਂ ਗੱਲ ਕਰਦੇ ਹੋ, ਆਪ ਪਾਰਟੀ ਦੇ ਵਿੱਚੋਂ 10 MLA ਜਿੱਤੇ ਵੇ ਛੱਡ ਕੇ ਬਾਕੀ ਸਰਕਾਰ ਤਾਂ ਬਣਨੀ ਕੀ ਸੀ, ਬਣੇ ਵੇ ਛੱਡ ਗਏ। ਅਕਾਲੀ ਦਲ ਦੇ ਵਿੱਚੋਂ ਟੁੱਟ ਕੇ ਜਿਹਨੂੰ ਉਹ ਕਹਿੰਦੇ ਆ ਸੰਯੁਕਤ ਅਕਾਲੀ ਮੋਰਚਾ ਦਾ ਅਕਾਲੀ ਦਲ ਬਣ ਕੇ ਆ ਕੇ ਉਹ ਗਿਆ, ਉਹ ਵੀ ਗਾਹਾਂ ਟੁੱਟ-ਫੁੱਟ ਹੋ ਗਿਆ। ਅਜੇ ਜਿਵੇਂ ਕਹਿੰਦੇ ਕੋ ਨਾ ਚੱਲੀ ਬਾਬਾ ਤੇ ਹਾਈ, ਉਹਦੇ ਵਿੱਚੋਂ ਵੀ 3 ਵਿਚਾਰਾ ਸਿੱਖਵਾਂ ਬਹੁਤ ਸ਼ਰੀਫ ਬਹੁਤ ਅੱਛੇ ਲੀਡਰ ਸੀ, ਚਾਹੇ ਦੂਜੀ ਪਾਰਟੀ ਦੇ ਸੀਗੇ, ਉਹ ਚਲੇ ਗਏ। ਸਾਡੇ ਆ ਜਿਹੜੇ ਮੋਗੇ ਵਾਲਾ ਹੈ ਧੜਕ ਸਿੰਘ, ਉਹ ਛੱਡ ਕੇ ਚਲਿਆ ਗਿਆ। ਵੀਰਦੁਰ ਸਿੰਘ ਦਾ ਲੱਗਦਾ ਜਿਵੇਂ ਉਸ ਦੇ ਉੱਤੇ ਸਮਾਨ ਪਾਇਆ ਬੈਠਾ, ਇੱਥੇ ਖੜਾ ਜਿਸ ਢੀਂਡਸਾ ਸਾਹਿਬ ਨੇ ਨੋਟਿਸ ਦਿੱਤਾ ਹੈ, ਤੇ ਮੈਨੂੰ ਲੱਗਦਾ ਉਹ ਵੀ ਡਗਮਗਾਉਂਦਾ। ਜਿਹੜੀ ਪਾਰਟੀ ਨੇ ਜੇ ਇਲੈਕਸ਼ਨ ਹੀ ਲੜੀ ਗਏ ਨਹੀਂ ਤੇ ਉਹ ਪਾਰਟੀ ਛੱਡ ਗਈ। ਅਕਾਲੀ ਦਲ ਦੇ 2 ਫਾੜ ਕਈ ਫਾੜ ਹੋ ਗਏ ਹੈ, ਔਰ ਅਕਾਲੀ ਦਲ ਦੇ ਸਮੇਂ ਦੇ ਵਿੱਚ ਜਿਹੜਾ ਸਾਰਾ ਕੁਝ ਉਹਨਾਂ ਤੇ ਦੂਸ਼ਣ ਲੱਗ ਰਿਹਾ, ਕਹਿੰਦੇ ਆ ਕਿ ਇਹਨਾਂ ਦੀ ਸਾਥ ਸੀ ਬੀਜੇਪੀ ਨਾਲ ਜੋ ਸਾਰੀਆਂ ਗੱਲਾਂ ਹੋ ਰਹੀਆਂ ਸੀਗੀਆਂ 2 ਟੁਕ ਹੋ ਕੇ, ਉਦੋਂ ਉਹਨਾਂ ਦੇ ਵਕੀਲ ਬਣ ਕੇ ਇੱਥੇ ਬੋਲਦੇ ਰਹੇ ਨੇ ਕਿ ਠੀਕ ਰਹਿਣਗੇ, ਫਾਇਦੇ 'ਚ ਰਹਿਣਗੇ। ਇਹ ਵੱਖਰੀ ਗੱਲ ਹੈ ਕਿ ਹੁਣ ਉਹ ਚੋਰ ਬੋਲੀ ਨਿਕਲ ਲਈ, ਕਹਿੰਦੇ ਕਿ ਸਾਡੇ ਨਾਲ ਧੋਖਾ ਕੀਤਾ, ਸਾਨੂੰ ਕਿਹਾ ਗਿਆ ਸੀਗਾ, ਹੋਇਆ ਨਹੀਂ, ਛੱਡ ਕੇ ਆਏ ਨੇ। ਚਲੋ ਅਜੇ ਮੈਂ ਕਹਿੰਦਾ ਲੇਟ ਆਏ ਇਸ ਮਾਮਲੇ 'ਚ, ਅਜੇ ਵੀ ਸਾਰੀਆਂ ਪਾਰਟੀਆਂ ਨੂੰ ਮੈਂ ਕਹਿੰਦੀ ਹਾਂ ਜੇ ਆਏ ਅਜੇ ਵੀ ਤਾਂ ਠੀਕ ਕੀਤੀਆਂ। ਹੁਣ ਸਾਡਾ ਇਹਨਾਂ ਨਾਲ ਮੁਕਾਬਲਾ ਲੈ, ਮੈਨੂੰ ਦੱਸੋ ਕਿਹੜੀ ਪਾਰਟੀ ਬੀਜੇਪੀ ਤੋਂ ਕੋਈ ਪਿੰਡਾਂ 'ਚ ਨਹੀਂ ਵੜਨ ਦਿੰਦਾ। ਅਕਾਲੀ ਦਲ ਦਾ ਹਾਲ ਤੁਸੀਂ ਆਪ ਦੇਖਦੇ ਹੋ ਕਿ ਇਹਦੀ ਸੀਟਾਂ ਬਚਾ ਲੈਣ, ਤੇ ਜਿਹੜੀ ਆ ਹੈਗੀ ਆ ਆਪ ਆਦੀ ਪਾਰਟੀ 'ਚ ਮੈਂ ਕਹਿੰਦੀ ਉਹ 'ਚ ਛੱਡ ਕੇ ਚਲੇ ਗਏ 10 MLA, ਅਜੇ ਹੋਰ ਜਾਣੇ ਆ ਆਉਣ ਵਾਲੇ ਸਮੇਂ 'ਚ। ਇੱਥੇ ਇਹ ਅਜੇ ਤੱਕ ਤਿਆਰ ਨਹੀਂ ਹੋਏ ਜਿਹੜੇ ਕੇਜਰੀਵਾਲ ਜੀ ਹੈ, ਇਹ ਮੈਂ ਇਹਨਾਂ ਨੂੰ ਮੋਦੀ ਸਾਹਿਬ ਤੇ ਕੇਜਰੀਵਾਲ ਜੀ ਨੂੰ ਵੱਡੇ ਛੋਟੇ ਭਾਈ ਕਹਿੰਦੇ ਆ। ਇਹ ਸਾਰੇ ਜਿਹੜੇ ਹੈਗੇ ਨੇ ਪੰਜਾਬ ਨੂੰ ਪਤਾ ਨਹੀਂ ਕਿਉਂ ਨਫ਼ਰਤ ਕਰਦੇ ਆ। ਕੇਜਰੀਵਾਲ ਜੀ ਜੇ ਪੰਜਾਬ 'ਚ ਆਏ ਸੀ ਇੱਕ ਵਾਰ, ਪਾਣੀ ਇੱਥੇ ਕਹਿਤਾ ਦੱਬੀ ਜ਼ਬਾਨ ਨਾਲ ਕਿਸੇ ਨੇ ਬੋਲਣਾ ਚਾਹੀਦਾ, ਉੱਥੇ ਜਾ ਕੇ ਹਰਿਆਣੇ ਦਾ ਦਿੱਲੀ ਜਾ ਕੇ ਦਿੱਲੀ ਜਾਣਾ ਚਾਹੀਦਾ। ਪਾਣੀਆਂ ਤੇ ਡਾਕਾ ਪੰਜਾਬ ਦੇ ਤੇ ਮਾਰਨ ਵਾਲਾ ਪੰਜਾਬ 'ਚੋਂ ਵੋਟਾਂ ਪਾਲਦਾ। ਫਿਰ ਐਵੇਂ ਜਿਵੇਂ ਇਹੀ ਨਹੀਂ, ਅਸੀਂ ਪੰਜਾਬੀ ਜਿਹੜੀ ਕਿਸੇ ਥਾਂ ਤੇ ਵੀ ਕੋਈ ਹੋਰ ਗੱਲ ਪੰਜਾਬ ਦੇ ਫਾਇਦੇ 'ਚ ਕਰਦੇ ਆ, ਉੱਥੇ ਮੱਥਾ ਟੇਕਣ ਵਾਸਤੇ ਸਾਡੀਆਂ ਧਾਰਮਿਕ ਸਥਾਨ ਸੀ ਸਾਡੇ ਬਣੇ ਵੇ, ਉਹਨਾਂ ਥਾਵਾਂ ਤੇ ਵੀ ਇਹਨਾਂ ਨੇ ਸਰਕਾਰੀ ਉਸਾਰੀ ਨਜਾਇਜ਼ ਉਸਾਰੀ ਕਰਕੇ ਢਾਹ ਤੇ ਪੈਰਵੀ ਨਹੀਂ ਦਿੱਤੀ ਆ ਕੇ। ਆ ਸਭ ਤੋਂ ਪਹਿਲਾਂ ਕਾਨੂੰਨਾਂ ਦੀ ਨੋਟੀਫਿਕੇਸ਼ਨ ਕਿਹਨੇ ਕੀਤੀ? ਇਹਨਾਂ ਨੇ ਕੀਤੀ। ਇਸ ਕਰਕੇ ਜਿਹੜੀਆਂ ਇਹ ਪਾਰਟੀਆਂ ਹੈ ਤੇ ਅਜੇ ਹੁਣ ਕੀ ਕਰਦੇ ਆ, ਪਹਿਲਾਂ ਯੂਪੀ ਵਾਲਾ ਕਿ ਲਿਆਂਦਾ ਵਾ ਸੀ, ਉਹ ਇੱਥੇ ਬਿਠਾਇਆ ਵਾ ਸੀ, ਹੁਣ ਇੱਕ ਦਿੱਲੀ ਦਾ ਬਿਠਾਤਾ। ਕਿਉਂ ਬਈ ਪੰਜਾਬ ਦਾ ਪਾਣੀ ਇੰਨਾ ਕੌੜਾ ਤੇ ਮਾੜਾ? ਪੰਜਾਬ ਦੀ ਮਿੱਟੀ ਉਹਨਾਂ ਦੇਖੋ ਬਹਾਦਰਾਂ ਦੀ ਮਿੱਟੀ ਹੈ, ਸੰਘਰਸ਼ ਲੜਦੀ ਹੈ, ਕਿਉਂ ਨਹੀਂ ਪੰਜਾਬ ਦੇ ਹੱਥ ਦਿੰਦੇ? ਜਦੋਂ ਵੀ ਉਹ ਪਰਨੇ ਪਾਉਣੇ, ਕੁਛ ਪਾਉਣੇ ਆ, ਹੋਰ ਕੁਛ ਕਰਨਾ ਤਾਂ ਉਹ ਫਿਰ ਬਾਹਰਲਿਆਂ ਨੂੰ ਕਰਦੇ ਨੇ। ਪੰਜਾਬ ਦੇ ਵਿੱਚੋਂ ਉਹਨਾਂ ਨੂੰ ਅਜੇ ਤੱਕ ਕੋਈ ਲੀਡਰ ਪਸੰਦ ਨਹੀਂ ਆਇਆ, ਨਾ ਉਹ ਕਿਸੇ ਨੂੰ ਬਾਗਡੋਰ ਦੇਣਾ ਚਾਹੁੰਦੇ ਹੈ, ਮਜਬੂਰੀ ਹੱਥ ਕੀ ਕਰਨਾ ਪਵੇ। ਇਸ ਲਈ ਸਾਰੇ ਲੋਕ ਸਮਝ ਚੁੱਕੇ ਆ ਇਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਸਾਡੇ ਨਾਲ। ਮੈਡਮ ਜਿਹੜਾ ਹੈਗਾ ਨਵਜੋਤ ਸਿੱਧੂ, ਆਪ ਤੇ ਅਕਾਲੀ ਦਲ ਤਾਂ 2 ਫਾੜ ਨੇ ਤੁਸੀਂ ਕਹਿ ਰਹੇ ਹੋ, ਕਾਂਗਰਸ ਇਕਜੁੱਟ ਹੈ ਜੀ? ਕਾਂਗਰਸ ਸਾਡੀ ਪਾਰਟੀ ਇਸ ਕਰਕੇ ਮੈਂ ਕਹਿੰਦੀ ਕਿ ਬਿਲਕੁਲ ਇਕਜੁੱਟ ਹੈ। ਕਿਵੇਂ ਕਿ ਦੂਜੀਆਂ ਪਾਰਟੀਆਂ ਨੇ ਵੱਖਰੇ ਅਕਾਲੀ ਦਲ ਬਣਾ ਲਏ, ਵੱਖਰੇ ਆਪਣੇ ਸੰਵਿਧਾਨ ਬਣਾ ਲਏ, ਵੱਖਰੀਆਂ ਆਪਣੀਆਂ ਉਹਨਾਂ ਨੇ ਐਲਾਨ ਕਰਤਾ ਅੱਡ ਇਲੈਕਸ਼ਨ ਲੜਾਂਗੇ। ਸਾਡੀ ਪਾਰਟੀ ਵਿੱਚ ਜਿੱਥੇ ਤੁਸੀਂ ਗੱਲ ਕਰ ਰਹੇ ਹੋ, ਮੈਂ ਕਹਿ ਰਹੀ ਹਾਂ, ਤੁਸੀਂ ਕਿ ਸੋਚੋਗੇ ਨਵਜੋਤ ਸਿੰਘ ਸਿੱਧੂ ਜਾਂ ਫਲਾਣਾ ਧਮਕਾ, ਕਿਸੇ ਨੇ ਨਹੀਂ ਕਿਹਾ ਮੇਰਾ ਪ੍ਰਧਾਨ ਵੱਖਰਾ ਹੈ। ਨਹੀਂ, ਕੈਪਟਨ ਅਮਰਿੰਦਰ ਛੱਡ ਕੇ ਚਲੇ ਗਏ ਜੀ। ਚੰਨੀ ਸਾਹਿਬ ਸਵੇਰੇ ਪ੍ਰੈਸ ਕਾਨਫਰੰਸ ਕਰਦੇ ਆ, ਸਿੱਧੂ ਸਾਹਿਬ ਪਲਟਵਾਰ ਕਰ ਦਿੰਦੇ ਆ, ਵਿਰੋਧੀ ਧਿਰ ਨੂੰ ਬੋਲਣ ਦੀ ਲੋੜ ਨਹੀਂ। ਉਹ ਕਹਿੰਦੇ ਖਜ਼ਾਨਾ ਭਰਿਆ, ਉਹ ਕਹਿੰਦੇ ਜਿਹੜਾ ਖਜ਼ਾਨਾ ਭਰਿਆ ਕਹਿੰਦਾ ਉਹ ਮੁੱਖ ਮੰਤਰੀ ਜਾਂ ਉਹ ਨੇਤਾ ਬੇਵਕੂਫ ਹੈ, ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਵਿੱਚ ਜੁਟ ਹੈ? ਨਾ ਮੈਂ ਕਹਿ ਰਹੀ ਹਾਂ ਕੱਲ AG ਬਦਲੇ ਹੈ, ਸੁਨੀਲ ਜਾਖੜ, ਮਨੀਸ਼ ਤਿਵਾੜੀ ਵਰਗੇ ਲੋਕਾਂ ਨੇ, ਵੱਡੇ ਲੀਡਰਾਂ ਨੇ ਕਹਿਤਾ ਵੀ ਗਲਤ ਹੋਇਆ। ਮਨੀਸ਼ ਤਿਵਾੜੀ ਨੇ ਜਾਂ ਰਵਨੀਤ ਬਿੱਟੂ ਨੇ ਤਾਂ ਇਹ ਕਹਿਤਾ ਵੀ ਪਹਿਲਾਂ ਸਿੱਧੂ ਨੂੰ ਖੁਸ਼ ਕਰ ਲਓ ਫਿਰ ਲੋਕਾਂ ਨੂੰ ਖੁਸ਼ ਕਰਿਓ। ਫਿਰ ਕਿਸ ਤਰ੍ਹਾਂ ਦੇ ਨਾਲ ਕਾਂਗਰਸ ਇਕਜੁੱਟ?
ਡਿਫਰੈਂਟ ਓਪੀਨੀਅਨ 'ਚ ਕਿਸੇ ਦੀ ਵੀ ਹੋ ਸਕਦੀ ਹੈ, ਡੈਮੋਕ੍ਰੇਸੀ ਹੈ, ਵਿਦਨ ਪਾਰਟੀ ਡੈਮੋਕ੍ਰੇਸੀ ਹੈ, ਬੋਲ ਸਕਦੇ ਆ, ਆਵਾਜ਼ ਕੱਢ ਸਕਦੇ ਆ। ਲੇਕਿਨ ਸਾਡੀ ਪਾਰਟੀ ਦੇ ਵਿੱਚ ਇਹ ਕੋਈ ਨਹੀਂ ਕਹਿ ਸਕਦਾ ਕਿ ਮੈਂ ਕਾਂਗਰਸ ਨੂੰ ਨਹੀਂ ਮੰਨਦਾ ਤੇ ਮੈਂ ਵੱਖਰੀ ਪਾਰਟੀ ਬਣਾਈ। ਕੈਪਟਨ ਨੇ ਬਣਾਈ ਹੈ, ਆਈ ਐਗਰੀ, ਮੈਂ ਮੰਨਦੀ ਹੈਗੀ ਹਾਂ। ਇਸੇ ਕਰਕੇ ਮੈਂ ਪਹਿਲਾਂ ਸ਼ੁਰੂ 'ਚ ਇਹੀ ਗੱਲ ਹੀ ਕਹੀ ਕਿ ਮੈਨੂੰ ਅਫਸੋਸ ਹੈ ਕਿ ਕੈਪਟਨ ਨੇ ਬੁਲਾਈ, ਕਿਉਂਕਿ ਕੈਪਟਨ ਨੂੰ ਉਹਨਾਂ ਨੇ ਅੱਜ ਪਾਰਟੀ ਬਣਾਈ ਹੈ, ਪਹਿਲਾਂ ਉਹਨਾਂ ਨੇ 96 98 'ਚ ਵੀ ਬਣਾਈ ਸੀਗੀ, 97 'ਚ ਵੀ ਬਣਾਈ ਸੀਗੀ। ਉਹ ਪਾਰਟੀਆਂ ਕਿਹਦੇ ਇਸ਼ਾਰੇ ਤੇ ਕਿਉਂ ਕੀ ਮਜਬੂਰੀਆਂ, ਇਹਦੀ ਗੱਲ ਤਾਂ ਉਹੀ ਦੱਸਣਗੇ। ਪਰ ਮੈਂ ਜਿਹੜੀ ਆਈਡੀਓਲੋਜੀ ਕਰੀ ਤਾਂ ਸੋਚਦੀ ਰਹੀ ਹਾਂ, ਮੇਰੀ ਵੀ ਲੜਾਈ ਰਹੀ ਕੈਪਟਨ ਸਾਹਿਬ ਨਾਲ ਰਹੀ ਹੈਗੀ ਹੈ। ਮੈਂ ਨਹੀਂ ਗਿਣਦੀ, ਉਹ ਤਾਂ ਵੇਲੇ ਸਿਰ ਦਾ ਕਰਕੇ ਕਰ ਲੈਂਦੇ ਹੈਗੇ ਆ ਸਾਰਿਆਂ ਥਾਵਾਂ ਤੋਂ ਉਹ ਜਿਹਾ ਨੂੰ ਜੋ ਫਿੱਟ ਹੋਵੇ। ਲੇਕਿਨ ਬਾਕੀ ਚਾਹੇ ਸੁਨੀਲ ਜਾਖੜ ਤੁਸੀਂ ਗੱਲ ਕੀਤੀ ਹੈ, ਚਾਹੇ ਕਿਸੇ ਦੀ ਗੱਲ ਕੀਤੀ ਹੈ, ਕੋਈ ਬੰਦਾ ਨਹੀਂ ਕਹਿੰਦਾ। ਸਿੱਧੂ ਦੀ ਗੱਲ ਸੁਣੀ ਹੈ ਕਿ ਉਹਨੇ ਕਿਹਾ ਸੀ ਕਿ ਮੈਂ ਨਾ ਕਾਂਗਰਸ ਛੱਡਾਂ, ਨਾ ਮੈਂ ਪ੍ਰਿਯੰਕਾ ਜੀ, ਨਾ ਮੈਂ ਰਾਹੁਲ ਜੀ, ਨਾ ਮੈਂ ਸੋਨੀ ਛੱਡਾਂ, ਮੈਂ ਇੱਥੇ ਖੜਾ। ਉਹਨਾਂ ਨੇ ਪੁਆਇੰਟ ਲਏ ਹੈ, ਉਹਨਾਂ ਨੇ ਪੁਆਇੰਟ ਲਏ ਨੇ, ਉਹ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੂੰ ਪੁਆਇੰਟ ਚੱਕਣੇ ਚਾਹੀਦੇ ਆ। ਕਮੀਆਂ ਸਰਕਾਰ ਤੋਂ ਵੀ ਰਹਿ ਸਕਦੀਆਂ, ਸੁਝਾਅ ਦੇਣੇ ਚਾਹੀਦੇ ਨੇ, ਉਹ ਪੁਆਇੰਟ ਸਰਕਾਰ ਨੇ ਬੀਬੀ ਜੀ ਪਰ ਗੱਲ ਇਹ ਹੈ ਨਾ ਜੀ, ਚਿਹਰਾ ਕਿਹੜਾ ਹੁੰਦਾ, ਨਵਜੋਤ ਸਿੱਧੂ ਹੋਣਗੇ ਜਾਂ ਇਹ ਤਾਂ ਦੇਖੋ ਸਮੇਂ ਤਾਂ ਇਲੈਕਸ਼ਨ ਹੋਣੀ ਹੈ, ਸਾਡੀ ਪਾਰਟੀ ਫੈਸਲਾ ਕਰੂਗਾ। ਇੱਕ ਮਿੰਟ ਜਿੰਦਰ ਕੌਰ ਭੱਟੀ ਕੁਝ ਨਹੀਂ ਹੈ। ਨਹੀਂ ਅੱਜ ਤਾਂ ਤੁਸੀਂ ਗੱਲ ਕਰ ਰਹੇ ਆਪਾਂ ਕਾਂਗਰਸ ਦੀ ਗੱਲ, ਤਾਂ ਕਾਂਗਰਸ ਦੀ ਗਰਾਊਂਡ ਤੇ ਵੀ ਫੁੱਟ ਦਿਖ ਰਹੀ ਹੈ। ਜਿਸ ਤਰ੍ਹਾਂ ਦੇ ਨਾਲ ਤੁਸੀਂ ਆਏ ਹੋ ਅੱਜ, ਉਹ ਲੀਡਰ ਨਹੀਂ ਦਿਸ ਰਹੇ ਜਿਹੜੇ ਕਾਂਗਰਸ ਦੇ ਆਮ ਫੰਕਸ਼ਨਾਂ 'ਚ ਹੁੰਦੇ ਆ, ਉਹਨਾਂ ਦਾ ਕੋਈ ਬੰਦਾ ਨਹੀਂ ਦਿਖ ਰਿਹਾ, ਪਰ ਉਹ ਬੰਦੇ ਦਿਖ ਰਹੇ ਜਿਹੜੇ ਕਾਂਗਰਸ ਦੇ ਫੰਕਸ਼ਨਾਂ 'ਚ ਨਹੀਂ ਹੁੰਦੇ। ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ ਕਾਂਗਰਸ ਇਕਜੁੱਟ ਹੈ? ਬਿਲਕੁਲ ਇਕਜੁੱਟ ਹੈ ਕਾਂਗਰਸ ਪਾਰਟੀ, ਦਿਆਨਤਦਾਰੀ ਨਾਲ, ਕਿਉਂਕਿ ਮੇਰਾ ਪਹਿਲਾਂ ਪ੍ਰੋਗਰਾਮ ਬਣ ਰਿਹਾ ਸੀ ਜਾਣਦਾ ਕਿ ਮੈਂ ਜਾਊਂਗਾ ਇੱਥੇ ਵਿਆਹ 7 ਵਜੇ ਵੀ, ਇੱਥੇ ਅੱਜ ਨਹੀਂ ਮਿਲਣਾ ਕੱਲ ਮਿਲਣਾ ਹੈ। ਅੱਜ ਸੈਸ਼ਨ ਚੱਲ ਰਿਹਾ ਹੈ, ਚਾਹੇ ਇੱਥੇ ਵਿਜੇਂਦਰ ਹੋਣਗੇ ਚਾਹੇ ਕੋਈ ਹੈ। ਨਹੀਂ ਦੂਜੀ ਉਹਦੀ ਗੱਲ ਕਰ ਰਹੇ ਲਾਈਨ ਦੀ, ਦੂਸਰੀ ਕਤਾਰ ਦੀ ਜੀ, ਪਹਿਲੀ ਕਤਾਰ ਦੀ ਜਿਹਨੂੰ ਇਨਫਾਰਮ ਕਰੂੰ ਉਹੀ ਆਉਣਗੇ ਨਾ। ਮੈਂ ਇਸ ਕਰਕੇ ਕਿ ਮੇਰਾ ਜੇ ਅੱਗਾ ਪਿੱਛਾ ਹੋ ਨਹੀਂ ਸੀ ਰਿਹਾ ਕਿ ਆਉਣਾ ਹੈ ਵੇਲੇ ਸਿਰ ਪਹੁੰਚਣਾ, ਜਿਵੇਂ ਥੋੜੀ ਲੇਟ ਹੋਈਆਂ 15-20 ਮਿੰਟ, ਅਜੇ ਮੈਨੂੰ ਲੱਗਦਾ ਸੀ ਕਿ ਲੇਟ ਹੋਣਾ ਤਾਂ ਸੌਰੀ ਫੀਲ ਨਾ ਕਿਤੇ ਕਰਨਾ ਪਵੇ। ਖੜੇ ਪੈਰ ਜੇ ਕਿਸੇ ਬੰਦੇ ਨੇ ਲੋਕਲ ਪਤਾ ਲੱਗ ਗਿਆ ਤਾਂ ਉਹ ਆਏ ਨੇ, ਮੈਂ ਕਿਸੇ ਨੂੰ ਵੀ ਇਨਫਾਰਮ ਨਹੀਂ ਕੀਤਾ ਵਾ, ਨਾਟ ਅ ਸਿੰਗਲ। ਬੀਬੀ ਜੀ ਚੋਣ ਲਹਿਰੇ ਗਾਗੇ ਤੋਂ ਹੀ ਲੜਨਗੇ ਜੀ, ਬੀਬੀ ਜੀ ਚੋਣ ਲਹਿਰੇ ਗਾਗੇ ਤੋਂ ਹੀ ਲੜਨਗੇ। ਮੈਡਮ ਰਾਹੁਲ ਇੰਦਰ ਖੁਦ ਲੜੋਗੇ ਜੀ, ਰਾਹੁਲ ਇੰਦਰ ਕੇ ਤੁਸੀਂ? ਦੇਖੋ ਬਿਲਕੁਲ ਮੈਂ ਲੜਾ ਚਾਹੇ ਰਾਹੁਲ ਇੰਦਰ ਲੜਦਾ ਹੈਗਾ, ਇਹ ਤਾਂ ਫੈਸਲਾ ਪਾਰਟੀ ਨੇ ਕਰਨਾ ਹੈ। ਸਾਡੇ ਟੱਬਰ ਚੋਂ ਅਸੀਂ ਇਲੈਕਸ਼ਨ ਆਪਣੇ ਹਲਕੇ ਤੋਂ ਮੈਂ ਅੱਗੇ ਨਹੀਂ ਛੱਡ ਕੇ ਭੱਜੀ। ਮੈਨੂੰ ਬੜੀਆਂ ਆਫਰਾਂ ਸੀਗੀਆਂ, ਮੈਨੂੰ ਅੱਜ ਵੀ ਆ ਰਹੀਆਂ ਨੇ ਆਫਰਾਂ, ਬਾਹਰਲੇ ਜ਼ਿਲ੍ਹਿਆਂ ਤੋਂ ਵੀ ਆ ਰਹੀਆਂ ਹੈਗੀਆਂ। ਮੈਂ ਉਹ ਵੀਕਰ ਹਲਕਾ ਹੈ, ਕਮਜ਼ੋਰ ਹਲਕਾ ਹੈ, ਮੈਂ ਉਹਨੂੰ ਛੱਡਣਾ ਨਹੀਂ ਚਾਹੁੰਦੀ। ਮੇਰੇ ਨਾਲ ਉਹਦੇ ਜਜ਼ਬਾਤੀ ਰਿਸ਼ਤੇ ਬਣੇ ਹੋਏ ਨੇਗੇ। ਸਾਡੇ ਪਰਿਵਾਰ ਵੱਲੋਂ ਜੇ ਇਲੈਕਸ਼ਨ ਲੜਨੀ ਹੈ ਤਾਂ ਉੱਥੋਂ ਹੀ ਲੜੂਗਾ। ਗ੍ਰਿਫਤਾਰ ਕਰ ਲਿਆ ਈਡੀ ਨੇ, ਪੁੱਛਗਿੱਛ ਲਈ ਬੁਲਾਇਆ ਸੀਗਾ, ਤੁਹਾਡੇ ਕਾਂਗਰਸ ਦੇ ਹੁਣ ਐਮਐਲਏ ਸੀਗੇ, ਉਹ ਕੀ ਕਹਿਣਾ ਚਾਹੋਗੇ ਜੀ? ਉਹ ਤਾਂ ਸਾਡੀ ਪਾਰਟੀ ਦੇਖੋ ਤਾਂ ਚੱਲਦਾ ਰਹਿੰਦਾ ਕੰਮ, ਉਹ ਪਹਿਲਾਂ ਆਪਦੇ ਸੀ, ਇਹ ਆਪ ਵਾਲਿਆਂ ਨੂੰ ਪੁੱਛ ਲਿਓ ਸਵਾਲ ਕਰਕੇ। ਉੱਥੇ ਕੋਈ ਵੀ ਈਡੀ ਕਿਸੇ ਨੂੰ ਬੁਲਾ ਸਕਦੀ ਹੈ, ਪੁੱਛਗਿੱਛ ਕਰ ਸਕਦੀ ਹੈ, ਜੇ ਕੋਈ ਉਹਨਾਂ ਕੋਲੇ ਹੋਰ ਜਵਾਬ ਦੇਣਗੇ ਉਹ, ਇਹ ਤਾਂ ਕਾਰਵਾਈ ਹੁੰਦੀਆਂ। ਗ੍ਰਿਫਤਾਰ ਕਰ ਲਿਆ ਮੈਡਮ ਉਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦੀ, ਮੈਨੂੰ ਪਤਾ ਨਹੀਂ ਕੀ ਪੁਆਇੰਟ ਨੇ ਕਿਸੇ ਗੱਲ ਦੇ ਉੱਤੇ। ਅਣਜਾਣੇ ਵਿੱਚ ਮੈਂ ਗੱਲ ਕਿਉਂ ਕਰਾਂ, ਕਿਉਂ ਕੀਤਾ, ਕਿਵੇਂ ਕੀਤਾ, ਇਹਦੇ ਬਾਰੇ ਸਾਰੇ ਪੱਖ ਰੱਖਣਗੇ, ਸੁਖਪਾਲ ਖਹਿਰਾ ਜੀ ਰੱਖਣਗੇ, ਸੱਚ ਹੈ ਕਿ ਝੂਠ ਹੈ ਕਿ ਕੀ ਹੋਇਆ। ਕੈਪਟਨ ਸਾਹਿਬ ਨੇ ਤਾਂ ਇਸ ਤੋਂ ਪਹਿਲਾਂ ਵੀ ਲੈਂਦਾ ਸੀ, ਲੇਕਿਨ ਉਹ ਜੇ ਉਸ ਤਰੀਕੇ ਨਾਲ ਜਿਹੜੀ ਅਮੈਂਡਮੈਂਟ ਦੀ ਕੋਈ ਹੋਰ ਲੋੜ ਸੀ, ਜਿਸ ਤਰ੍ਹਾਂ ਸੁਧਾਰ ਕੇ ਉਹ ਸੀ ਲਿਆਂਦਾ ਹੈ। ਤੇ ਇਹ ਦੱਸ ਕੇ ਕਿ ਸਾਡਾ ਫਾਈਨਲ ਸਾਡਾ ਸਟੈਂਡ ਸਰਕਾਰ ਦਾ ਆ ਹੈ, ਕਿਸੇ ਕੀਮਤ ਤੇ ਲਾਗੂ ਨਹੀਂ ਕਰਾਂਗੇ। ਨੰਬਰ 1 ਜਿਹਨੂੰ ਠੋਸ ਕਹਿੰਦੇ ਕਲੈਰਿਟੀ ਨਾਲ। ਨੰਬਰ 2 ਜਿਹੜਾ BSF ਦੇ ਵਿੱਚ ਵੀ ਕੁਝੀਆਂ ਚਾਲਾਂ ਮੋਦੀ ਜੀ ਦੀ ਸਰਕਾਰ ਚੱਲ ਰਹੀ ਹੈ। ਨਾ ਤਾਂ ਖੇਤੀ ਕਸੂਨਾਂ ਬਾਰੇ ਪੁੱਛਿਆ, ਸਾਡੀਆਂ ਜਥੇਬੰਦੀਆਂ ਬਣੀਆਂ ਨੈਸ਼ਨਲ ਲੈਵਲ ਤੇ ਬਣੀਆਂ ਖੇਤੀਆਂ ਦੀਆਂ, ਕਿਸੇ ਨੂੰ ਪੁੱਛਿਆ ਹੀ ਨਹੀਂ। ਨਾ ਹੀ ਕਿਸੇ ਵੀ ਰਾਜਸੀ ਪਾਰਟੀ ਨਾਲ ਡਿਸਕਸ਼ਨ ਕੀਤੀ, ਰਾਜ ਸਭਾ ਜਾਂ ਲੋਕ ਸਭਾ 'ਚ ਠੋਸਿਆ, ਧੱਕੇ ਨਾਲ ਡਿਕਟੇਟਰਸ਼ਿਪ ਦਾ ਸ਼ੋਅ ਦਿੱਤਾ। ਇਵੇਂ ਜਿਵੇਂ BSF ਦਾ, ਤੁਸੀਂ ਤਾਂ ਆਪਾਂ ਸਾਰੇ ਸੰਗਰੂਰ ਦੇ ਜਾਣਦੇ ਆ, ਜਿਹੜਾ ਪੰਜਾਬ ਡਿਊਰਿੰਗ ਅੱਤਵਾਦ ਲੜਿਆ ਹੈ ਤੇ ਜੰਮੂ ਕਸ਼ਮੀਰ ਅਜੇ ਵਿਚਾਲੇ ਪਿਆ ਹੈਗਾ, ਤੇ ਉਸ ਪੰਜਾਬ ਦੇ ਵਿੱਚ ਤੁਸੀਂ ਅੱਜ ਅਨਸੈਸਰਲੀ 50-50 ਕਿਲੋਮੀਟਰ ਦੇ ਨਾਲ ਸਾਡੇ ਹੱਕਾਂ ਤੇ ਛਾਪਾ ਮਾਰ ਰਹੇ ਹੋ। ਇਹ ਅਸੀਂ BJP ਦੀ, ਭਾਰਤ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਪਹਿਲਾਂ ਹੀ ਛੋਟਾ ਰਹਿ ਗਿਆ। ਅਕਾਲੀ ਦਲ ਦੀ ਜਾਂ ਕਈ ਸਾਥੀ ਸੀ ਉਦੋਂ ਇਕੱਠੇ, ਉਹਨਾਂ ਦੀ ਬਦੌਲਤ ਦੇ ਨਾਲ, ਤੇ ਇਸ ਛੋਟੇ ਪੰਜਾਬ ਦੇ ਉੱਪਰ ਡਾਕੇ ਨਾ ਮਾਰੋ। ਔਰ ਮੈਨੂੰ ਇੱਕ ਗੱਲ ਤੇ ਅਫਸੋਸ ਜ਼ਰੂਰ ਹੋਇਆ ਹੈ, ਮੈਂ ਅੱਜ ਵੀ ਦੇਖ ਰਹੀ ਸੀ, ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਉਹਨਾਂ ਨੇ ਕਿਹਾ ਸੀਗਾ ਅੱਛਾ ਹੈ ਜਾਂ ਵੈਲਕਮ, ਅੱਜ ਵੀ ਕਹਿੰਦੇ ਸੀ ਸਿਕਿਉਰਿਟੀ ਲਈ ਹੈ, ਫਲਾਣੇ ਲਈ ਹੈ। ਚੰਗੀ ਤਰ੍ਹਾਂ ਉਹਨਾਂ ਨੂੰ ਯਾਦ ਹੋਣਾ ਹੈ ਕਿ ਸਿਕਿਉਰਿਟੀ ਦੇ ਦਿਨ ਜਿਹੜੇ ਹੈਗੇ ਆ, ਅਸੀਂ ਸਾਡੇ ਆਪਣੇ ਲੋਕਾਂ ਨੇ ਸਮਰਥਨ ਦਿੱਤਾ, ਸਾਡੀ ਵਿਲ ਸੀ, ਇਹ ਪੰਜਾਬ ਦੇ ਵਿੱਚੋਂ ਅਸੀਂ ਸਾਰਾ ਕੁਝ ਲੜੇ ਉਸ ਵਕਤ ਵੀ। ਲੇਕਿਨ ਕੈਪਟਨ ਸਾਹਿਬ ਤਾਂ ਮਦਈ ਰਹੇ ਨੇ ਵੱਧ ਅਧਿਕਾਰਾਂ ਦੇ। ਇਹਨਾਂ ਤਾਂ ਰੈਜ਼ੋਲੂਸ਼ਨ ਮਤਾ ਅਨੰਦਪੁਰ ਸਾਹਿਬ ਦਾ ਪਿਆ, ਗਵਾਹੀ ਭਰਦਾ ਅਜੇ ਤੱਕ ਵੀ ਕਿ ਹੱਕ ਨਹੀਂ ਖੋਣੇ ਚਾਹੀਦੇ। ਅੱਜ ਕੀ ਮਜਬੂਰੀ ਹੈ, ਕਿਉਂ ਇਸ ਤਰ੍ਹਾਂ ਦੇ ਨਾਲ ਕੈਪਟਨ ਸਾਹਿਬ ਨੇ ਕੀਤਾ? ਮੈਨੂੰ ਭਾਰੀ ਅਫਸੋਸ ਹੈ ਇਸ ਗੱਲ ਦੇ ਉੱਪਰ, ਕਿਉਂਕਿ ਕਾਂਗਰਸ ਪਾਰਟੀ ਨੇ ਸਾਰਿਆਂ ਨਾਲੋਂ ਵੱਧ, ਸਾਰੇ CMਾਂ ਨਾਲੋਂ, ਕਾਂਗਰਸ ਦੇ ਨਾਲੋਂ, ਸਾਰੇ ਕਾਂਗਰਸ ਪਾਰਟੀ ਦੇ ਪ੍ਰਧਾਨਾਂ ਨਾਲੋਂ ਵੱਧ ਸਮਾਂ ਕੈਪਟਨ ਅਮਰਿੰਦਰ ਸਿੰਘ ਨੂੰ
ਸੱਤਾ ਵਿੱਚ ਰਹਿਣ ਦਾ ਦਿੱਤਾ ਹੈ। ਕਿ ਜੇ ਅੱਜ ਕੋਈ ਫਰਜ਼ੀਆ ਐਸੀ ਸਿਚੁਏਸ਼ਨ ਜਿਵੇਂ ਆਪਾਂ ਸਮਝਦੇ ਹਾਂ ਕਿ 4.5 ਸਾਲ ਸਾਡੇ ਤੇ ਇਲਜ਼ਾਮ ਵੀ ਵਿਰੋਧੀ ਪਾਰਟੀਆਂ ਲਾਉਂਦੀਆਂ, ਹੋਰ ਵਾਅਦੇ ਨਹੀਂ ਪੂਰੇ ਕੀਤੇ ਕਹਿੰਦੇ ਆ। ਹਾਲਾਂਕਿ ਮੈਂ ਇਸ ਗੱਲ ਵਿੱਚ ਇਹੀ ਨਹੀਂ ਕਿ ਅੱਜ ਹੀ ਕਹਿੰਦੀ ਹਾਂ, ਮੈਂ ਹਮੇਸ਼ਾ ਇਹ ਕਹਿੰਦੀ ਰਹੀ ਹਾਂ ਕਿ 1.5-2 ਸਾਲ ਤਾਂ ਆਪਾਂ ਸਾਰਿਆਂ ਨੂੰ ਪਤਾ ਕਿ ਆਪਣੀ ਪ੍ਰਾਇੋਰਟੀ ਦੇਸ਼ ਦੁਨੀਆ ਦੀ ਜ਼ਿੰਦਗੀਆਂ ਬਚਾਉਣਾ ਸੀ ਕਰੋਨਾ ਕਰਕੇ। ਉਹਦੇ ਵਿੱਚ ਦਫ਼ਤਰ ਵੀ ਬੰਦ ਸੀ, ਸਾਰਾ ਕੁਝ ਬੰਦ ਹੁੰਦਾ, ਆਨਲਾਈਨ ਹੀ ਮਾੜੀ ਮੋਟੀ ਗੱਲ ਹੁੰਦੀ ਸੀਗੀ। ਉਹ ਡਿਲੇ ਹੋਈ, ਫਾਈਨੈਂਸ਼ੀਅਲ ਪ੍ਰੋਬਲਮਾਂ ਵੀ ਆਈਆਂ, ਕਾਫੀ ਕੁਝ ਉਸ 'ਚ ਕੀਤਾ ਵੀ ਗਿਆ। ਲੇਕਿਨ ਉਸ ਤੋਂ ਬਾਅਦ ਜਿਵੇਂ ਆਪਾਂ ਕਹਿੰਦੇ ਹਾਂ ਕਿ 1 ਸਾਲ ਜਿਹੜਾ ਜੇ ਹੋਰ ਪਿਆ ਸੀ, ਇਹਦੇ ਵਿੱਚ ਵੀ ਜਿਹੜਾ ਕੁਝ ਅਸੀਂ ਮੈਂ ਬਾਰ-ਬਾਰ ਕਹਿੰਦੀ ਸੀ ਕਿ ਅਸੀਂ ਪੂਰੇ ਕਰਕੇ ਆਵਾਂਗੇ, ਸਟੇਟਮੈਂਟਾਂ ਤੁਹਾਡੇ ਅਖਬਾਰਾਂ 'ਚ ਪਈਆਂ ਹੋਣੀਆਂ, ਹੋਰ ਸਾਥੀਆਂ ਦੀਆਂ ਪਈਆਂ ਹੋਣੀਆਂ। ਉਹਦੇ ਵਿੱਚ ਸਪੀਡ ਸਾਨੂੰ ਸਲੋ ਨਹੀਂ ਕਰਨੀ ਚਾਹੀਦੀ ਸੀ, ਉਹ ਸਲੋ ਕੀਤੀ। ਡਿਊ ਟੂ ਦੈਟ ਰੀਜ਼ਨ ਸਾਡੀ ਸ਼ਾਇਦ ਹਾਈ ਕਮਾਂਡ ਨੇ ਸੋਚਿਆ ਹੋਵੇ ਕਿ ਵਾਅਦੇ ਪੂਰੇ ਕੀਤੇ ਆ, ਕਿਉਂਕਿ ਸੋਨੀਆ ਜੀ ਹਮੇਸ਼ਾ ਰਿਵਿਊ ਕਰਦੇ ਹੁੰਦੇ ਆ ਵਾਅਦਿਆਂ ਨੂੰ, ਤੇ ਉਨੀ ਤੇਜ਼ੀ ਨਹੀਂ ਆਈ ਜਿੰਨੀ ਆਉਣੀ ਚਾਹੀਦੀ ਸੀ। ਜੇ ਕੋਈ ਚੇਂਜ ਕਰਨੀ ਪਈ ਤਾਂ ਕੀ ਗੱਲ ਹੋ ਗਈ ਹੈ? ਇੰਨੇ ਸਾਲਾਂ ਦਾ ਸਮਾਂ ਦਿੱਤਾ ਹੈ, ਜੇ ਕੋਈ ਗੱਲ ਹੋ ਗਈ ਤਾਂ ਵੱਡੇ ਦਿਲ ਨਾਲ ਕਹਿਣਾ ਚਾਹੀਦਾ ਸੀ ਕਿ ਧੰਨਵਾਦੀ ਹਾਂ, ਸਭ ਤੋਂ ਵੱਧ ਸਮਾਂ ਦਿੱਤਾ ਤੇ ਅੱਜ ਮੈਂ ਹੀ ਸਗੋਂ ਦੱਸੋ ਕੀ ਚਾਹੁੰਦੇ ਮੈਂ ਮੂਹਰੇ ਪੇਸ਼ ਕਰਦਾ। ਮੈਂ ਤੁਹਾਡੇ ਸਾਹਮਣੇ ਬੈਠੀ ਹਾਂ। 2012 ਦੇ ਵਿੱਚ ਜੇ ਮੈਨੂੰ ਉਸ ਵਕਤ ਮੇਰੀ ਥਾਂ ਤੇ ਜਾਖੜ ਸਮਝਾਉਂਦਾ ਗਿਆ, ਮੈਂ ਤਾਂ ਕੋਈ ਵੱਖਰੀ ਪਾਰਟੀ ਨਹੀਂ ਬਣਾਈ, ਮੈਂ ਤਾਂ ਕੋਈ ਜਾ ਕੇ ਕਿਸ ਤਰ੍ਹਾਂ ਤੇ ਹੋਰ ਨਹੀਂ ਕਿਹਾ, ਮੈਂ ਨਹੀਂ ਕਿਹਾ ਮੈਨੂੰ ਅਪਮਾਨਿਤ ਹੋਇਆ। ਬੈਠੇ ਆ ਕਾਂਗਰਸ ਪਾਰਟੀ ਵਿੱਚ ਬੈਠੇ ਆ, ਇਹ ਤਾਂ ਇੱਕ ਪਾਰਟ ਹੈਗਾ। ਦੂਜਾ ਪਾਰਟ ਜਿਹੜਾ ਮੈਂ ਕਹਿੰਦੀ ਹਾਂ, ਸਰਕਾਰ ਜਿਹੜੀ ਨਵੀਂ ਹੁਣ ਬਣੀ ਹੈ, ਇਹਨਾਂ ਨੂੰ ਵੀ ਮੇਰੀ ਸ਼ਲਾਘਾ ਇਸ ਕਰਕੇ ਕਰਨਾ ਚਾਹੁੰਦੀ ਹਾਂ ਕਿ ਜੋ ਅਸੀਂ ਸੋਚਿਆ ਉਸ ਤੋਂ ਵੱਧ ਚੰਗੀ ਸਪੀਡ ਤੇ ਚੱਲ ਰਹੇ ਨੇ। ਅੱਛਾ ਫੈਸਲਾ ਲਿਆ ਸਾਡੀ ਹਾਈ ਕਮਾਂਡ ਨੇ, ਚਰਨਜੀਤ ਚੰਨੀ ਉਹਨਾਂ ਨੂੰ ਸੀਐਮ ਬਣਾਇਆ, ਜਿਨ੍ਹਾਂ ਨੂੰ ਸਾਰਾ ਕੁਝ ਪੁੱਛਣ ਤੋਂ ਅਫਸਰਾਂ ਤੋਂ ਲੋੜ ਨਹੀਂ, ਉਹਨਾਂ ਨੂੰ ਖੁਦ ਪਤਾ ਹੈ ਹਰ ਤਰ੍ਹਾਂ ਦੇ ਮਾਹੌਲ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਕਿਵੇਂ ਜਿਉਂਦੇ ਆ, ਕਿਵੇਂ ਬਸਦੇ, ਕੀ ਜ਼ਰੂਰਤਾਂ ਨੇਗੀਆਂ। ਔਰ ਇਹ ਸਾਰੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਜਿਵੇਂ ਆ ਜਿਹੜੇ 4-5 ਫੈਸਲੇ ਕੀਤੇ ਆ, ਮੇਰੇ ਉੱਥੇ ਪਏ ਆ ਕਾਗਜ਼, ਉਹਦੇ ਵਿੱਚ ਇਹਨਾਂ ਨੇ ਕੀਤੇ ਜਿਵੇਂ 3 ਜਿਹੜੇ ਕੀਤੇ ਹੈਗੇ ਨੇ ਆਪਣਾ ਫੈਸਲੇ, ਆਪਣਾ ਘਰ ਜਿਹਨੂੰ ਕਹਿੰਦੇ ਲਾਲ ਲਕੀਰ ਦੇ ਅੰਡਰ ਵਾਲਾ, ਉਹ ਕੀਤਾ ਹੈਗਾ। ਹੋਇਆ ਨਹੀਂ ਸੀ ਪਹਿਲਾਂ। 25-25 ਸਾਲਾਂ ਦੇ ਲੋਕ ਰਜਿਸਟਰੀਆਂ ਕਰਾਈ ਬੈਠੇ, ਰਜਿਸਟਰੀਆਂ ਨਹੀਂ ਸੀ ਹੋਈਆਂ, ਆਪਣੇ ਮਾਲਕੀ ਤੋਂ ਉਹਨਾਂ ਕੋਲੇ ਸੀਗੀ। ਇੱਕ ਇਤਿਹਾਸਕ ਫੈਸਲਾ ਹੈ। ਪਾਣੀ ਦਾ, ਬਿਜਲੀ ਦਾ, ਇਹ ਸਾਰਿਆਂ ਥਾਵਾਂ ਤੇ ਜਿਵੇਂ ਪਾਣੀ ਤਾਂ 50 ਰੁਪਏ ਇਹਨਾਂ ਨੇ ਪੁੱਕਾ ਕਰਤਾ, ਸਾਰਾ ਕੁਛ ਹੀ ਕਰਕੇ ਕਦੀ ਨਹੀਂ ਹੋਇਆ ਸੀਗਾ। ਇਵੇਂ ਜਿਵੇਂ ਬਿਜਲੀ ਦਾ ਸਮਝੌਤੇ ਮਹਿੰਗੇ ਰੱਦ ਕਰਤੇ ਹੈ, ਔਰ ਨਾਲ ਉਹੀ ਇਕੱਲੀ ਰੱਦ ਨਹੀਂ, ਗਰੀਬ ਵਰਗਾਂ ਦੇ ਵਾਸਤੇ ਕਿਸ ਤਰ੍ਹਾਂ ਇਹਨਾਂ ਨੇ 2-2 ਜਿਹੜਾ ਆਪਾਂ ਕਿਲੋ ਵਾਟ ਦੇ ਹੁੰਦੇ ਆ ਉਹ ਸਾਰੇ ਫ੍ਰੀ ਕਰਕੇ, ਕਈਆਂ ਦੇ ਵਿੱਚ ਰੇਟ ਘਟਾ ਕੇ, ਉੱਥੇ ਵੀ ਇਹਨਾਂ ਨੇ ਬਿਜਲੀ ਦਾ, ਪਾਣੀ ਦਾ ਤੇ ਘਰਾਂ ਦਾ ਪੱਕੇ ਮਾਰਕੀਟ ਕਰਕੇ ਇਹ ਫੈਸਲੇ ਕੀਤੇ ਆ। ਇਸੇ ਤਰ੍ਹਾਂ ਨਾਲ ਮੈਨੂੰ ਅੱਜ ਇਸ ਕਰਕੇ ਵੀ ਖੁਸ਼ੀ ਹੈ ਇੱਕ ਮੁਲਾਜ਼ਮਾਂ ਦੇ ਬਾਰੇ ਜਿਹੜਾ ਸਾਡੀ ਸਰਕਾਰ ਨੇ ਫੈਸਲਾ ਪਿੱਛੇ ਕੀਤਾ। 2002 ਤੋਂ 2007 ਤੱਕ ਕਾਂਗਰਸ ਸਰਕਾਰ ਸੀ, ਮੈਂ ਉਦੋਂ ਹੀ ਵਜ਼ੀਰ ਰਹੀ ਹਾਂ। ਉਹਦੇ ਵਿੱਚ ਮੈਨੂੰ ਬਣਾਇਆ ਸੀ ਕਮੇਟੀ ਦਾ ਮੁਲਾਜ਼ਮਾਂ ਦੀ ਦਾ ਪੱਕੇ ਕਰਨ ਦਾ ਚੇਅਰਪਰਸਨ, ਤੇ ਮੈਂ ਉਹਦੇ ਵਿੱਚ ਪਾਸ ਕੀਤਾ ਸੀ ਕਿ 9 ਤੋਂ 12 ਸਾਲ ਤੱਕ ਜਿਹੜੇ ਵੀ ਸਾਡੇ ਮੁਲਾਜ਼ਮ ਕੰਟੀਨਿਊਸਲੀ ਕੰਮ ਕਰਦੇ ਉਹਨੂੰ ਪੱਕਾ ਕੀਤਾ ਜਾਣਾ ਚਾਹੀਦਾ। ਮੇਰੀ ਕਮੇਟੀ ਰਿਕਮੈਂਡ ਕਰਦੀ ਹੈ। ਉਹ ਮੇਰੀ ਰਿਕਮੈਂਡੇਸ਼ਨ ਨੂੰ ਸਾਡੀ ਸਰਕਾਰ ਤੋਂ ਬਾਅਦ ਸਾਡੀ ਸਰਕਾਰ ਨਹੀਂ ਆਈ, 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਉੱਥੇ ਹੀ ਪਿਆ ਫੈਸਲਾ। 10 ਸਾਲ 'ਚ ਅਕਾਲੀ ਦਲ ਨੇ, ਸਾਂਝੇ ਅਕਾਲੀ ਦਲ ਨੇ, ਇਕੱਲਾ ਅੱਜ ਵਾਲਾ ਅਕਾਲੀ ਦਲ ਨਹੀਂ ਕਹਿੰਦੀ ਮੈਂ, ਵਿਧਾਨ ਸਭਾ ਦੀਆਂ ਇਲੈਕਸ਼ਨਾਂ ਜਿੱਤਣ ਵਾਲਾ ਸਾਂਝਾ ਅਕਾਲੀ ਦਲ, ਉਹ ਸਾਰੇ ਅਕਾਲੀ ਦਲ ਤੇ ਸਾਰੀਆਂ ਪਾਰਟੀਆਂ ਨੇ, ਉਹਨਾਂ ਨੇ ਡੱਕਾ ਨਹੀਂ ਤੋੜ ਕੇ ਦੂਰਾ ਕੀਤਾ ਮੁਲਾਜ਼ਮਾਂ ਦਾ, ਜਿਹੜੇ ਅੱਜ ਕਹਿੰਦੇ ਸਾਨੂੰ ਫੇਜ ਮਾਰਦਾ ਹੈ, ਅੱਜ ਨਿਕਤਾਚੀਨੀ ਕਰਦੇ ਨੇਗੇ, ਉਹਨਾਂ ਨੇ ਨਹੀਂ ਕੀਤਾ। ਤਾਂ ਅੱਜ ਮੁੜ ਕੇ ਸਾਡੀ ਸਰਕਾਰ ਆਈ ਹੈ, ਫਿਰ ਸਾਡੀ ਸਰਕਾਰ ਦੇ ਉਸ ਤਰ੍ਹਾਂ ਦੇ ਲੋਕਾਂ ਦੀ ਨਬਜ਼ ਸਮਝਣ ਵਾਲੇ ਮੁੱਖ ਮੰਤਰੀਆਂ ਨੇ ਜਿਸ ਤਰੀਕੇ ਨਾਲ 36,000 ਸਾਡੇ ਸਾਰਿਆਂ ਵਰਗਾਂ ਦੇ ਪੱਕੇ ਮੁਲਾਜ਼ਮ ਕਰਨ ਦਾ, ਤੁਸੀਂ ਸਾਰਿਆਂ ਨੇ ਪੜ੍ਹੇ ਹੈਗੇ ਆ, ਫੈਸਲੇ ਲਏ ਆ, ਕਿਵੇਂ ਜਿਹੜੇ 415 ਰੁਪਏ ਵਧਾਏ ਆ ਡੀਸੀ ਰੇਟ ਦੇ ਵਿੱਚ ਕਰਕੇ ਆ ਕੇ, ਕਿਸ ਤਰੀਕੇ ਦੇ ਨਾਲ ਸਾਰੇ ਮੁਲਾਜ਼ਮ ਵਰਗ ਲਈ ਇਹਨਾਂ ਨੇ ਫੈਸਲੇ ਲਏ ਨੇ। ਮੈਨੂੰ ਅੱਜ ਖੁਸ਼ੀ ਇਸ ਕਰਕੇ ਹੋਈ ਹੈ ਕਿ ਇਹ ਮੈਂ ਉਸ ਵਕਤ ਪੌਦਾ ਬੀਜ ਬੂਝਿਆ ਸੀ ਜਿਹਦੇ 'ਤੇ ਅੱਜ ਫਰੂਟ ਲੱਗਿਆ ਹੈ, ਕਿ ਮੈਨੂੰ ਖੁਸ਼ੀ ਹੈ। ਇਹ ਵੀ ਮੇਰਾ ਕਾਰਨ ਸੀ ਤੁਹਾਡੇ ਕੋਲ ਆਉਣਾ ਸਗੋਂ, ਤੇ ਇਹ ਸਾਰੀਆਂ ਗੱਲਾਂ ਮੈਂ ਦੱਸ ਸਕਾਂ। ਸੋ ਇਸੇ ਤਰ੍ਹਾਂ ਨਾਲ ਜਿਹੜੀ ਹੈਗੀ ਹੈ ਸਾਡੇ ਦੂਜੀਆਂ ਚੀਜ਼ਾਂ ਦੇ ਵਿੱਚ ਵੀ ਇਹ ਜਿਹੜੇ ਬੀਜੇਪੀ ਵਾਲੇ ਕਹਿੰਦੇ ਆ ਜਾਂ ਹੋਰ ਕਹਿੰਦੇ ਆ, ਰੇਤਾ ਬਾਜਰੀ ਸਾਰਿਆਂ ਨੂੰ ਤੁਹਾਨੂੰ ਪਤਾ ਹੈਗਾ ਕਿ ਕਿੰਨਾ ਮਿਲਦਾ ਸੀ, 16 ਰੁਪਏ ਜਾਂ 22 ਰੁਪਏ ਆਪਾਂ ਦਰਮਿਆਨੇ ਸਾਰੇ ਲੈਂਦੇ ਹਾਂ। ਇਸ ਰੁਪਏ ਸਾਨੂੰ ਪਰ ਜਿਹੜਾ ਹੈਗਾ ਪ੍ਰਤੀ ਕਿਊਬ ਫੁੱਟ ਮਿਲਦਾ ਸੀ, ਅੱਜ ਕਿੰਨਾ 9 ਰੁਪਏ ਹੋ ਗਿਆ, ਅੱਜ 5.50 ਦਾ ਅਸੀਂ ਘਟਾਇਆ ਹੈ। 9 ਰੁਪਏ ਮੈਡਮ, 9 ਰੁਪਏ ਆਇਆ ਹੋਇਆ WhatsApp ਤੇ ਵੀ, 9 ਮੈਂ ਰੁਪਏ ਤੋਂ ਵੱਧ ਜੇ ਕੋਈ ਖਰੀਦੂਗਾ ਉਹਦੇ ਉੱਪਰ ਕਾਰਵਾਈ ਕੀਤੀ ਜਾਊ। ਮੇਰੀ ਗੱਲ ਇਹਦਾ ਇਟ ਮੀਨਸ ਵੀ ਮਤਲਬ ਤੁਹਾਨੂੰ ਯੂ ਡੋਨਟ ਨੋ। ਤੁਸੀਂ ਕੁਐਸਚਨ ਕਰ ਲਿਓ, ਮੈਨੂੰ ਬੋਲਣ ਦਿਓ। ਨਹੀਂ ਬੋਲ ਰਿਹਾ ਮੈਂ ਤੁਹਾਨੂੰ, ਮੈਂ ਇਸੇ ਰੱਖਣੀ ਆ। ਇਸ ਪਾਲਿਸੀ ਮੁਤਾਬਕ ਸਾਡੀ ਜਿਹੜੀ ਆਪਣੀ ਸਰਕਾਰ ਨੇ ਕੀਤਾ ਹੈਗਾ 5 ਰੁਪਏ ਤੋਂ 50 ਪੈਸੇ ਪ੍ਰਤੀ ਕਿਊਸਿਕ ਫੁੱਟ ਜਿਹੜਾ ਹੈਗਾ ਉਹ ਮੁਹੱਈਆ ਕਰਾਵਾਂਗੇ ਡੰਡੇ ਨਾਲ।
ਅਗਲੀ ਗੱਲ ਤੁਸੀਂ ਕਹਿੰਦੇ ਹੋ ਕਸਤੇ ਆਇਆ ਪਿਆ, ਅਜੇ ਆਇਆ ਪਿਆ, ਉਹ ਜੇ ਪਾਸ ਕੀਤਾ ਕੈਬਨਿਟ ਨੇ, ਜਿਹੜਾ ਕੋਈ ਕਰੂਗਾ ਆ ਕੇ, ਤੇ ਤੁਸੀਂ ਇਹ ਵੀ ਦੇਖੋ ਕਿ ਅੰਦਰ ਕਿਵੇਂ ਜਾਂਦੇ ਹੈਗੇ ਨੇ, ਫਿਰ ਮੈਨੂੰ ਸਵਾਲ ਕਰਿਓ ਇਸ ਤੋਂ ਬਾਅਦ ਜੇ ਨਾ ਹੋਇਆ ਤਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਗੱਲ ਅਸੀਂ ਲਾਗੂ ਕਰਾਂਗੇ। ਤੀਜੀ ਚੀਜ਼ ਜਿਹੜੀ ਹੈਗੀ ਹੈ, ਸਾਰਿਆਂ ਨੂੰ ਜਿਵੇਂ ਅਸੀਂ ਕਿਹਾ 200 ਯੂਨਿਟ ਸਾਰੇ ਕਰਕੇ ਫੈਸਲੇ ਕੀਤੇ ਨੇ। ਜਿਹੜੇ ਆ ਤੁਹਾਡੇ ਸਾਹਮਣੇ ਗੱਲਾਂ ਕਰਦੇ ਆ ਬੜੀਆਂ ਵੱਡੀਆਂ, ਸਾਡੇ 3 ਪਾਰਟੀਆਂ ਨੂੰ ਉਂਗਲਾਂ ਉਠਾਈਆਂ ਹੈ। ਕਿਹੜੀਆਂ ਉਠਾਈ ਹੈ? ਬੀਜੇਪੀ ਨੇ, ਮੈਂ ਕੱਲ ਕੋਈ ਡਿਸਕਸ਼ਨ ਸੁਣ ਰਹੀ ਸੀ, ਤੁਸੀਂ ਵੀ ਸਾਰਿਆਂ ਨੇ ਸੁਣੀ ਹੋਣੀ ਹੈਗੀ ਹੈ। ਇੱਕ ਇਹ ਅਕਾਲੀ ਦਲ ਵਾਲੇ, ਇੱਕ ਆਪ ਵਾਲੇ। ਮੈਂ ਤਿੰਨਾਂ ਨੂੰ ਸਵਾਲ ਕਰਦੀ ਹਾਂ ਕਿ ਤੁਸੀਂ ਜਿੱਥੇ ਸੀ ਚੰਗੀ ਗੱਲ, ਮੁਲਾਜ਼ਮ ਭਰਾ ਤਾਂ ਸਾਡੇ ਚਲੋ ਜੇ ਕੋਈ ਕਿੰਤੂ ਪਰੰਤੂ ਰਹਿ ਗਿਆ ਉਹਨਾਂ ਨੂੰ ਹੱਕ ਹੈ, ਉਹ ਕਿੰਤੂ ਪਰੰਤੂ ਕਰਨ, ਹੋਰ ਵੀ ਮੰਗਣ। ਅਸੀਂ ਸੁਣਿਆ 4 ਹਫ਼ਤੇ ਤੋਂ ਸੁਣ ਰਿਹਾ, ਸਾਡਾ ਪ੍ਰਗਟ ਸਿੰਘ ਬੈਠ ਕੇ ਕੀਤਾ ਹੈ। ਜੇ ਕਿਸੇ ਥਾਂ ਤੇ ਕੋਈ ਕਮੀ ਪੇਸ਼ੀ ਰਹੀ ਹੈ ਤਾਂ ਉਹਨਾਂ ਦਾ ਹੱਕ ਹੈਗਾ। ਇਹਨਾਂ ਨੂੰ ਕੀ ਹੱਕ ਹੈ ਜੀ? ਕੀ ਕਿਹਾ ਸੀ ਕੇਜਰੀਵਾਲ ਨੇ? 20,000 ਪੱਕਾ ਕਰੂੰਗਾ। ਲੈ ਇੱਕ ਨਹੀਂ ਬੰਦਾ ਪੱਕਾ ਕੀਤਾ ਦਿੱਲੀ ਦੇ ਵਿੱਚ, ਮੈਂ ਚੈਲੰਜ ਕਰਦੀ ਹਾਂ ਉਹਨਾਂ ਨੂੰ। ਕੀ ਕਿਹਾ ਸੀ ਮੋਦੀ ਜੀ ਨੇ, ਬੀਜੇਪੀ ਵਾਲਿਆਂ ਨੇ? 2 ਕਰੋੜ ਬੰਦੇ ਭਰਤੀ ਕਰੂੰਗਾ। ਦੱਸ ਦਿਓ ਮੈਨੂੰ ਕੀ ਕੀਤਾ 2 ਕਰੋੜ? 15 ਲੱਖ ਕਿਹਾ ਸੀ ਕਿ ਮੈਂ ਰੇਕ ਦੀ ਜੇਬ 'ਚ ਪਾਊਂਗਾ। ਦੱਸ ਦਿਓ ਮੈਨੂੰ ਤੁਹਾਡੀ ਕਿਸੇ ਜੇਬ 'ਚ ਪਿਆ ਹੈਗਾ? ਸਾਡੇ ਤਾਂ ਪਿਆ ਨਹੀਂ ਕਿਸੇ ਦੀ 'ਚ। ਇਹ ਕੀਤਾ। ਇਹ ਪਾਰਟੀਆਂ ਔਰ ਅਕਾਲੀ ਦਲ ਵਾਲੇ ਜਿਹਨਾਂ 10 ਸਾਲ ਤੱਕ ਏਜੰਡਾ ਛੇੜਿਆ ਨਹੀਂ, ਕੁਛ ਵੀ ਨਹੀਂ ਕੀਤਾ ਇਹਨਾਂ ਨੇ। ਇਸ ਕਰਕੇ ਸਾਡੀ ਜਿਹੜੀ ਇਹ ਸੀਗੀ ਅੱਜ ਦੀ ਵਕਤ ਜਿਹੜੀ ਮੈਂ ਕਹੀ ਹੈ ਕਰਜ਼ਾ ਮਾਫੀ, ਸਾਨੂੰ ਪਹਿਲਾਂ ਕਹਿ ਦਿੰਦੇ ਆ ਕਿ ਤੁਸੀਂ ਆਪਣਾ ਕੀ ਕੀਤਾ ਜੀ। 10 ਸਾਲਾਂ 'ਚ ਅਕਾਲੀ ਦਲ ਨੇ ਮੈਨੂੰ ਦੱਸ ਦੇਣ ਕਿਸੇ ਇੱਕ ਦਾ ਕਰਜ਼ਾ ਮਾਫ ਕੀਤਾ ਹੋਵੇ। ਅਸੀਂ ਕਿੰਨਾ ਕੀਤਾ? 5,63,000 ਕਿਸਾਨਾਂ ਦਾ 4,610 ਕਰੋੜ ਰੁਪਇਆ ਮਾਫ ਕੀਤਾ। ਰਿਕਾਰਡ 'ਚ ਹੈ ਪੰਜਾਬ ਦੇ, ਜਿਹੜਾ ਮਰਜ਼ੀ ਕੋਈ ਕਢਾ ਲਵੇ। ਖੇਤ ਮਜ਼ਦੂਰ, ਕਦੇ ਪੁੱਛਿਆ ਨਹੀਂ ਸੀ ਕਿਸੇ ਖੇਤ ਮਜ਼ਦੂਰ ਨੇ। ਖੇਤ ਮਜ਼ਦੂਰ ਨੂੰ ਅਤੇ ਨਾਲ ਜਿਹੜਾ ਬੇਜ਼ਮੀਨ ਹੈ ਜਿਹਦੇ ਕੋਲ ਕੁਛ ਵੀ ਨਹੀਂ ਸੀ, ਠੇਕੇ ਤੇ ਬੋਂਦਾ ਕਰਦਾ ਕੇ, ਉਹਨਾਂ ਵਾਸਤੇ ਵੀ 2,80,000 ਜਿਹੜੇ ਮਜ਼ਦੂਰ ਖੇਤ ਜਾਂ ਜ਼ਮੀਨ ਲੈਂਡਲੈਸ ਸੀ, ਭੂਮੀਹੀਨ, ਉਹਨਾਂ ਦਾ ਵੀ ਅਸੀਂ 590 ਕਰੋੜ ਰੁਪਇਆ ਮਾਫ ਕੀਤਾ। ਤੇ ਸਾਨੂੰ ਜੀ ਕਹਿੰਦੇ ਅਸੀਂ ਕੀ ਕੀਤਾ? ਨੌਕਰੀਆਂ ਦੇ ਵਾਸਤੇ ਵੀ ਸਾਰੇ ਥਾਵਾਂ ਤੇ ਕਿ ਪੱਕੇ ਕੱਚੇ ਨਹੀਂ ਰੱਖਣੇ, ਅਸੀਂ ਪੱਕੇ ਰੱਖਾਂਗੇ। 1 ਲੱਖ ਰੁਪਇਆ ਆ ਵੋਟਾਂ ਦੇ ਵਿੱਚ ਜਾਣ ਤੋਂ ਪਹਿਲਾਂ ਕਾਰਵਾਈਆਂ ਸ਼ੁਰੂ ਹੋਣਗੀਆਂ। ਇਹ ਸਾਰੀਆਂ ਚੀਜ਼ਾਂ ਦੀ ਇਹ ਸਪੀਡ, ਮੈਂ ਮੁਬਾਰਕਬਾਦ ਦਿੰਦੀ ਹਾਂ ਅੱਜ ਇਹ ਕਾਂਗਰਸ ਦੀ ਸਰਕਾਰ ਨੂੰ। ਔਰ ਮੈਂ ਇਹਨਾਂ ਦਾ ਵੀ ਇਹਨਾਂ ਵਰਗੀ ਨਹੀਂ ਹਾਂ, ਦੂਜੀਆਂ ਪਾਰਟੀਆਂ ਵਰਗੀ। ਮੈਂ ਧੰਨਵਾਦ ਇਹਨਾਂ ਦਾ ਵੀ ਕਰਦੀ ਹਾਂ ਕਿ ਜਿਹੜੇ ਮਤੇ ਪਏ ਨੇ ਉਹਨਾਂ 'ਚ ਤੁਸੀਂ ਸਹਿਮਤੀ ਦਿੱਤੀ ਹੈ। ਇਹ ਜਦੋਂ ਕਿਤੇ ਹਿੱਸੇ ਆਇਆ ਹੈ, ਪੰਜਾਬ ਦੇ ਨਾਲ ਕੋਈ ਧੱਕਾ ਹੋਇਆ, ਉਦੋਂ ਕਾਂਗਰਸ ਦੀ ਹੋਈ ਵੱਲੋਂ ਹੋਇਆ। ਪਾਣੀਆਂ ਦਾ ਬਿੱਲ ਵੀ ਅਸੀਂ ਉਸ ਵਕਤ, ਸਾਡੀ ਪਿਛਲੀ ਸਰਕਾਰ ਸੀ, ਅਸੀਂ ਕੀਤਾ। ਤੇ ਅੱਜ ਜਿਹੜੀ ਹੈਗੀ ਫਿਰ ਸਾਡੀ ਸਰਕਾਰ ਹੈ ਕਾਂਗਰਸ ਦੀ, ਅਸੀਂ ਕੀਤਾ ਹੈਗਾ। ਇਸ ਕਰਕੇ ਮੈਨੂੰ ਤਾਂ ਅੱਜ ਇਹ ਵੀ ਯਾਦ ਹੈ ਕਿ ਜਦੋਂ ਮੈਂ ਬਣੀ ਸੀ ਮੁੱਖ ਮੰਤਰੀ ਇੱਕ ਵਾਰ ਥੋੜ੍ਹੇ ਸਮੇਂ ਲਈ, ਮੈਂ ਜਿਹੜੇ ਜਿੰਨੇ ਸਾਂਝੇ ਪੰਜਾਬ ਦੇ ਮੁਲਾਜ਼ਮ, ਜੁਆਇੰਟ ਪੰਜਾਬ, ਉਹਨਾਂ ਦੇ ਸਾਰੇ ਮੁਲਾਜ਼ਮਾਂ ਦਾ 3 ਸਾਲਾਂ ਦਾ ਇਕੱਠਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਸੀਗਾ, ਜਿਹਨੂੰ ਉਹ ਕਹਿੰਦੇ ਆ ਬੋਨਸ। ਅੱਜ ਤੱਕ ਚੰਡੀਗੜ੍ਹ ਜਾਂ ਕੋਈ ਹਿਮਾਚਲ 'ਚ ਵੀ ਵਾਕਿਆ ਕੋਈ ਬਦਲੀਆਂ ਹੋ ਕੇ ਸਾਰੇ ਮੁਲਾਜ਼ਮਾਂ ਨੂੰ ਪੁੱਛਿਓ ਕਿ ਉਹ ਬੋਨਸ ਦਿੱਤਾ। ਬੀਬੀ ਜੀ ਕੈਪਟਨ ਨੂੰ 4 ਕਿਸ ਸਾਲ ਤਰ੍ਹਾਂ ਪਹਿਲਾਂ ਦੇਖਦੇ ਕਾਂਗਰਸ ਕਿੱਥੇ ਜੀ? ਇਸੇ ਕਰਕੇ ਮੈਂ ਕਹਿੰਦੀ ਬਿਸਤਰਾ ਬੋਰੀਆ ਬਣਤਾ, ਫਿਰ ਹਾਂਜੀ ਬਣਤਾ ਨਾ ਬਿਸਤਰਾ ਬੋਰੀਆ 'ਚ 4 ਸਾਲ ਨਹੀਂ ਕੀਤੇ। ਬੀਬੀ ਜੀ ਕੈਪਟਨ ਜੀ ਕਰ ਲੈਣ ਦਿਓ ਜੀ, 2 ਬੰਦੇ ਨੇ ਜਵਾਬ ਦੇ ਨਾ ਉਹ ਤੁਸੀਂ ਬੈਠੋ। ਅਸੀਂ ਇਹ ਗੱਲ ਸੁਣ ਲਈ, ਨਵਜੋਤ ਸਿੰਘ ਸਿੱਧੂ ਪਹਿਲੇ ਦਿਨ ਤੋਂ ਵੋਕਲ ਸੀਗੇ ਜੀ ਕੈਪਟਨ ਸਾਹਿਬ ਦੇ ਖਿਲਾਫ। ਤੁਸੀਂ ਕਹਿੰਦੇ ਰਹੇ ਵੀ ਬ੍ਰਦਰ ਆ ਮੇਰਾ ਕੈਪਟਨ, ਕੈਪਟਨ ਸਾਹਿਬ ਕਹਿੰਦੇ ਰਹੇ ਸਿਸਟਰ ਆ ਮੇਰੀ। ਅੱਜ ਤੁਸੀਂ ਇਹ ਕਹਿ ਰਹੇ ਹੋ ਵੀ ਕੈਪਟਨ ਸਾਹਿਬ ਦੇ ਵੇਲੇ ਵਿਕਾਸ ਦੀ ਦੌਰ ਬਹੁਤ ਘੱਟ ਸੀਗੀ, ਸਪੀਡ ਬਹੁਤ ਘੱਟ ਸੀਗੀ, ਹੁਣ ਇੱਕਦਮ ਤੁਹਾਡਾ ਵੀ ਸਟੈਂਡ ਚੇਂਜ ਹੋ ਗਿਆ। ਇਹ ਕੀ ਗੱਲ? ਮੇਰਾ ਚੇਂਜ ਨਹੀਂ ਹੋਇਆ, ਚੇਂਜ ਹੋਇਆ ਕੈਪਟਨ ਸਾਹਿਬ ਦਾ ਜਿਹੜਾ ਹੈਗਾ ਨਾ। ਉਹਦੇ ਵੀ ਮੈਂ ਕਹਿੰਦੀ ਸੀ ਮੇਰੇ ਵੱਡਾ ਭਰਾ, ਤੇ ਅੱਜ ਵੀ ਕਹਿੰਦੇ ਹਾਂ। ਉਹਦੇ ਵੀ ਮੈਂ ਕਿਹਾ ਸੀ ਨਵਜੋਤ ਸਿੱਧੂ ਮੇਰਾ ਛੋਟਾ ਭਾਈ ਆ, ਅੱਜ ਵੀ ਕਹਿੰਦੇ ਹਾਂ। ਸਾਡਾ ਨਿੱਜੀ ਮਾਮਲਿਆਂ 'ਚ ਕੋਈ ਰਿਸ਼ਤਾ ਈਰਖਾ ਨਹੀਂ ਹੈ। ਲੇਕਿਨ ਕੈਪਟਨ ਸਾਹਿਬ ਨੇ ਹੁਣ ਜਦੋਂ ਉਹ ਬਦਲ ਗਏ, ਮੈਂ ਤਾਂ ਨਹੀਂ ਬਦਲੀ, ਉਹ ਬਦਲ ਗਏ। ਉਸ 'ਤੇ ਮੈਂ ਉਹਨਾਂ ਨੂੰ ਜੋ ਮੇਰੇ ਘਰ ਵੀ ਮਿਲਣ ਆਏ ਸੀ, ਮੈਂ ਇਹ ਕਿਹਾ ਸੀਗਾ ਕਿ ਪਾਰਟੀ ਨੇ ਬਹੁਤ ਕੁਛ ਦਿੱਤਾ, ਤੁਸੀਂ ਖੁਦ ਸੋਨੀਆ ਜੀ ਕੋਲ ਜਾਓ। ਇਹ ਮੈਂ ਰਾਏ ਦਿੱਤੀ ਸੀ ਉਹਨਾਂ ਨੂੰ ਕਿ ਸੋਨੀਆ ਜੀ ਕੋਲ ਆਪ ਜਾਓ, ਵੀ ਜੇ ਤੁਹਾਨੂੰ ਲੱਗਦਾ ਕੋਈ ਚੇਂਜ ਕਰਨਾ, ਤੁਸੀਂ ਇੰਨਾ ਕੁਝ ਦਿੱਤਾ, ਬਹੁਤ ਤੁਹਾਡੀ ਮਿਹਰਬਾਨੀ, ਤੇ ਤੁਸੀਂ ਜਿੱਥੇ ਸਮਝੋ ਠੀਕ ਕਰ ਲਓ, ਲੈ ਕੇ ਜਾਓ ਜਾਏ। ਉਹਨਾਂ ਨਹੀਂ ਮੰਨੀ ਗੱਲ, ਵੀ ਜੇ ਮੇਰੀ ਪਾਰਟੀ ਵੀ ਛੱਡ ਕੇ ਫਿਰ ਮੇਰਾ ਕੋਈ ਕੀ ਲੱਗਦਾ। ਸਰ ਬੀਬੀ ਜੀ ਕੈਪਟਨ ਸਾਹਿਬ ਫਾਈਲਾਂ ਚੱਕੀ ਫਿਰਦੇ ਨੇ, ਕਹਿੰਦੇ ਨੇ ਵੀ ਮੇਰੇ ਕੋਲੇ ਸਾਰਾ ਕੁਝ ਹੈ ਇਹਨਾਂ ਦਾ, ਤੇ ਹੁਣ ਕੀ ਉਹ ਡਰਾ ਕੇ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਜਾਂ ਕਿਵੇਂ ਕੀ ਹੈ? ਇਹ ਜਿਹੜੀ ਰਾਜੇ ਮਹਾਰਾਜਿਆਂ ਦੀਆਂ ਹੀ ਨੀਤੀਆਂ ਹੁੰਦੀਆਂ ਨੇਗੀਆਂ ਪੁਰਾਣੀਆਂ। ਪੁੱਛਣ ਵਾਲਾ ਹੋਵੇ ਜੇ ਤੁਹਾਡੇ ਕੋਲੇ ਨੇ ਤਾਂ ਉਦੋਂ ਤਾਂ ਕੁਝ ਕੀਤਾ ਨਹੀਂ, ਜਦੋਂ ਤੁਸੀਂ ਕਰ ਸਕਦੇ ਸੀ, ਹੁਣ ਕੀ ਕਰੋਗੇ? ਜੇ ਸੀ ਤੇ ਜੇ ਕੋਈ ਬੰਦਾ ਕਿਸੇ ਗੁਨਾਹ ਕਰਨ ਵਾਲਾ ਜਾਂ ਕਰਾਉਣ ਵਾਲਾ ਹੁੰਦਾ, ਬਰਾਬਰ ਦਾ ਭਾਗੀਦਾਰ ਹੁੰਦਾ ਨਾ, ਤੇ ਉਹਦੇ ਵਿੱਚ ਤਾਂ ਫਿਰ ਆਪ ਵੀ ਕੈਪਟਨ ਸਾਹਿਬ ਤੇ ਕੁਐਸਚਨਿੰਗ ਹੋਊਗੀ। ठीक है डालते वक्त रुपए लोगो कार्ड के शीर्ष पर हो, और यदि आप अपना कार्ड फ्लिप करते हो करने के लिए स्क्रीन विकल्पों की श्रृंखला प्रदर्शित करेगा। यदि आप नकद निकालना चाहते हैं तो नकदी निकालने के विकल्प का दबाएं।
फिर एटीएम मशीन आपको लेन देन पर्ची की हार्ड कॉपी के लिए पूछेगी। अपनी इच्छा के अनुसार हाँ या ना का को चुनना होगा। बाहर निकलने के लिए बाहर निकले दबाएं और अगर ये एक मोटराइज्ड कार स्लॉट है